शर्मा जी, गरीब की पर्टिकुलरली एक एरिया च डिवाइडेड है, गरीब की एक दायरे च सीमित है। ਨਹੀਂ ਉਹ ਤਾਂ ਸਿਆਸੀ ਸਮੀਕਰਨ ਇਸ ਵਾਰੀ ਬਹੁਤ ਜ਼ਿਆਦਾ ਬਦਲੇ ਨੇ ਕਿਉਂਕਿ ਹੁਣ ਤੁਹਾਨੂੰ ਹਿੰਦੂ ਸੀਐਮ ਡਿਪਟੀ ਸੀਐਮ ਚਾਹੀਦਾ ਹੈ, ਤੁਹਾਨੂੰ ਐਸੀ ਹੁਣ ਕਾਂਗਰਸ ਨੇ ਤੁਹਾਡੇ ਤੋਂ ਇੱਕ ਕਦਮ ਅੱਗੇ ਚਲੇਗੀ ਹੈ। ਪੰਜਾਬ ਦੀ ਇੱਕ ਗਰੀਬ ਮਹਿਲਾ ਜਾਂ ਇੱਕ ਰੇਹੜੀ ਵਾਲਾ ਇਹਦੇ ਨਾਲ ਬਹੁਤ ਵਧੀਆ ਵਿੱਤ ਮੰਤਰੀ ਸਾਬਤ ਹੋ ਸਕਦਾ। ਸਿੱਧੂ ਸਾਹਿਬ ਇੱਕ ਸਿਰੇ ਦੇ ਨਾ ਸ਼ੁਕਰੇ ਬੰਦੇ ਨੇ। ਇਹਨਾਂ ਨੇ ਅੱਜ ਤੱਕ ਜਿਹਦੇ ਨਾਲ ਯਾਰੀ ਲਾਈ ਹੈ ਉਹਦੀ ਪਿੱਠ 'ਚ ਛੁਰਾ ਮਾਰਿਆ। ਸਭ ਤੋਂ ਵੱਡਾ ਐਗਜ਼ਾਮਪਲ ਅਸੀਂ ਗੁਰੂ ਨੂੰ ਸਾਡੀ ਇੰਡੀਅਨ ਕਲਚਰ ਦੇ ਵਿੱਚ ਬਹੁਤ ਵੱਡਾ ਅਸੀਂ ਸਨਮਾਨ ਦਿੰਦੇ ਆ, ਮਾਣ ਦਿੰਦੇ ਆ। ਮਨੋਰੰਜਨ ਕਰਨ ਦੇ ਵਿੱਚ ਇਹਦਾ ਕੋਈ ਸਾਥੀ ਨਹੀਂ। ਔਰ ਦੇਖੋ, ਜਦੋਂ ਕੋਈ ਰੈਲੀ ਹੁੰਦੀ ਆ ਉਹਦੇ ਮਨੋਰੰਜਨ ਕਰਨ ਲਈ ਮੈਂ ਸਮਝਦਾ ਇੱਕ ਬੰਦੇ ਦੀ ਲੋੜ ਹੁੰਦੀ ਆ। ਇਹ ਉਸ ਲਾਇਕ ਆ, ਇਹ ਮਹਿਸੂਸ ਹੋਵੇ ਕਿ ਇੱਕ ਰਬੜ ਸਟੈਂਪ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੀ ਹੈ। ਇੱਕ ਚਾਬੀ ਵਾਲਾ ਖਿਡੌਣਾ ਨਹੀਂ ਹੁੰਦਾ, ਉਹ ਬਣਿਆ, ਕੋਈ ਇਹਦੀ ਚਾਬੀ ਭਰਦਾ ਫੇਰ ਇਹ ਚੱਲਦਾ ਹੈ। ਇੱਕ ਸੂਝਵਾਨ ਨਾਗਰਿਕ ਭਲੀ ਭਾਂਤ ਜਾਣਦਾ ਹੈ ਕਿ ਸਰਕਾਰ ਨੂੰ, ਸੂਬੇ ਦੀ ਜਾਂ ਮੁਲਕ ਦੀ ਕੋਈ ਵੀ ਸਰਕਾਰ ਹੋਵੇ, ਨੂੰ ਚਲਾਉਣ ਵਾਸਤੇ ਵਿਪਕਸ਼ ਦੀ ਵਿਰੋਧੀ ਧਿਰ ਦੀ ਇੱਕ ਵੱਡੀ ਭੂਮਿਕਾ ਹੁੰਦੀ ਹੈ। ਸ਼ਾਇਦ ਇਸੇ ਪੱਖ ਤੋਂ ਸਾਡਾ ਮੁਲਕ ਵੀ ਅਤੇ ਸੂਬਾ ਵੀ ਕਮਜ਼ੋਰ ਹੈ। ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਉਹਨਾਂ ਸਿਆਸੀ ਆਗੂਆਂ ਦਾ ਜਿਹੜੇ ਸਮੇਂ-ਸਮੇਂ ਤੇ ਸਰਕਾਰ ਦੇ ਕੰਮਾਂ ਵਿੱਚ ਨੁਕਤਾਚੀਨੀ ਕਰਕੇ ਸਰਕਾਰ ਦੀਆਂ ਪਾਲਿਸੀਆਂ ਨੂੰ ਜਨਤਾ ਦੇ ਵਿੱਚ ਉਜਾਗਰ ਕਰਦੇ ਨੇ ਤਾਂ ਜੋ ਲੋਕਾਂ ਤੱਕ ਉਹ ਸੰਦੇਸ਼ ਪਹੁੰਚ ਸਕੇ ਅਤੇ ਸਰਕਾਰ ਆਪਣੇ ਕੰਮਾਂ ਨੂੰ ਬਾਖੂਬੀ ਨਿਭਾ ਸਕੇ। ਨਮਸਕਾਰ, ਤੁਸੀਂ ਜੁੜੇ ਹੋਏ ਹੋ ਨਿਊਜ਼ 9 ਪੰਜਾਬ ਦੇ ਨਾਲ ਤੇ ਮੈਂ ਹਾਂ ਸੰਜੀਵ ਸ਼ਰਮਾ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਜੇ ਸ਼ਰਮਾ ਜੀ ਦੇ ਨਾਲ। ਸ਼ਰਮਾ ਜੀ, ਸਵਾਗਤ ਹੈ ਤੁਹਾਡਾ ਨਿਊਜ਼। ਥੈਂਕ ਯੂ ਜੀ ਸ਼ਰਮਾ ਜੀ। ਪੰਜਾਬ ਸਰਕਾਰ ਦੀ ਖਾਸ ਕਰਕੇ ਗੱਲ ਕਰੀਏ ਤਾਂ ਨਵੇਂ ਯੰਗ ਏਜ ਦੇ ਜਿਹੜੇ ਸਾਡੇ ਸੀਐਮ ਬਣੇ ਨੇ, ਬੜੇ ਵਧੀਆ ਐਕਟਿਵ ਵੀ ਨੇ, ਬਹੁਤ ਸਾਰੀਆਂ ਅਨਾਉਂਸਮੈਂਟ ਕੀਤੀਆਂ ਨੇ ਉਹਨਾਂ ਨੇ ਗਰੀਬ ਲੋਕਾਂ ਵਾਸਤੇ। ਅਕਾਲੀ ਦਲ ਕਿਸ ਤਰ੍ਹਾਂ ਦੇਖਦਾ ਹੈ ਇਹਨਾਂ ਅਨਾਉਂਸਮੈਂਟ? ਦੇਖੋ ਜੀ, ਇਹਨਾਂ ਅਨਾਉਂਸਮੈਂਟ ਨੂੰ ਅਸੀਂ ਸ਼ਰਮਾ ਜੀ ਐਵੇਂ ਦੇਖਦੇ ਹਾਂ ਜਿਵੇਂ ਨਾ ਥੋਥਾ ਚਣਾ ਬਾਜੇ ਘਣਾ, ਇੱਕ ਕਹਾਵਤ ਹੈ ਆਪਣੀ ਹਿੰਦੀ ਦੇ ਵਿੱਚ। ਇਹ ਉਹ ਹਰਕਤਾਂ ਕਰ ਰਹੇ ਨੇ, ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਗਰੀਬਾਂ ਦੀ ਗੱਲ ਕਰਦੇ ਹਾਂ, ਬਿਲਕੁਲ ਸੱਚ ਆ, ਗਰੀਬਾਂ ਦਾ ਇਹਨਾਂ ਨੇ ਬਹੁਤ ਸੋਚਿਆ। ਉਹ ਗਰੀਬ ਹੈਗੇ ਇਹਨਾਂ ਦੇ ਆਪ ਦੇ ਐਮਐਲਏ। 4 ਕਰੋੜ 20 ਲੱਖ ਦੀਆਂ ਇਨੋਵਾ ਗੱਡੀਆਂ ਤਾਜ਼ਾ ਇਹਨਾਂ ਨੂੰ ਦੇ ਕੇ ਰੱਖ ਛੱਡੀਆਂ। ਕਈ ਐਮਐਲਏ ਸ਼੍ਰੋਮਣੀ ਅਕਾਲੀ ਦਲ ਦੇ, ਆ ਵਿਪਕਸ਼ ਦੇ, ਜਾਂ ਪੰਜਾਬ ਦੇ ਵਿੱਚ 99% ਐਮਐਲਏ ਉਹ ਵਿੱਚ ਇਹਨਾਂ ਦੀ ਸਰਕਾਰ ਵਾਲੇ ਨੇ। ਨਹੀਂ, ਮੈਂ ਤੁਹਾਡੀ ਗੱਲ ਟੋਕਦਾ ਪਿਆ ਜੀ। ਗਰੀਬਾਂ ਵਾਸਤੇ ਉਹਨਾਂ ਨੇ ਅਨਾਉਂਸਮੈਂਟਾਂ ਆਉਂਦਿਆਂ ਬੜੀਆਂ ਕੁਝ ਕੀਤਾ ਕਿ ਅਸੀਂ ਗਰੀਬਾਂ ਨੂੰ ਆਹ ਵੀ ਦੇਵਾਂਗੇ, ਬਿਜਲੀ ਵੀ ਦੇਵਾਂਗੇ, ਪਾਣੀ ਫ੍ਰੀ ਦੇਵਾਂਗੇ, ਘਰਾਂ ਦਾ ਬਿੱਲ ਫ੍ਰੀ ਕਰ ਦਿੱਤਾ। ਹੋਰ ਕਿਸ ਤਰ੍ਹਾਂ ਗਰੀਬਾਂ ਦਾ? ਮੈਨੂੰ ਇੱਕ ਗੱਲ ਦੱਸੋ ਸ਼ਰਮਾ ਜੀ, ਗਰੀਬ ਕੀ पर्टिकुलरली एक एरिया च डिवाइडेड है, गरीब की एक दायरे च सीमित है। गरीब का मतलब गरीब आ वो जिहड़ी मर्जी जात तो हो सकता, जिहड़े मर्जी वर्ग तो हो सकता। मैं सवाल साफ पूछदा, तुसीं दसो मिडल क्लास लिए इन्होंने की दिता है? मिडल क्लास लिए कोई घोषणावां होईयां? नहीं, शुरुआत तो हो गई ना पंजाब दे विच। पहलां तो 4 साढ़े 4 साल किसी ने कुछ पुछया ही नहीं गा। हुण जे उन्होंने काम करना शुरू किया तो तुसीं सवाल विरोधियों वाला कीता, शरीके वाली। मैं तुहानूं इत्थे एक साफ कहूँगा, ये 300 यूनिट की तुसीं मैनूं पता मेन गल घुम घुमा के तुहाडी उत्थे आ रही आ। ये 300 यूनिट की जिहड़ी तुसीं गल करदे, ये उस तो बाद होया ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਬਾਦਲ ਸਾਹਿਬ ਨੇ 13 ਨੁਕਾਤੀ ਪ੍ਰੋਗਰਾਮ ਦਿੱਤਾ। 400 यूनिट ਅਸੀਂ ਆਲ ਪੰਜਾਬੀਆਂ ਨੂੰ ਦਿੱਤਾ, ਠੀਕ ਹੈ, ਫ੍ਰੀ ਆਫ ਕਾਸਟ। ਔਰ ਉਹ ਕਿਵੇਂ ਆਉਣਾ ਇਹ ਵੀ ਨਾਲ ਦੱਸਿਆ। ਨਹੀਂ, ਉਹ ਤਾਂ ਸਿਆਸੀ ਸਮੀਕਰਨ ਇਸ ਵਾਰੀ ਬਹੁਤ ਜ਼ਿਆਦਾ ਬਦਲੇ ਨੇ ਕਿਉਂਕਿ ਹੁਣ ਤੁਹਾਨੂੰ ਹਿੰਦੂ ਸੀਐਮ ਡਿਪਟੀ ਸੀਐਮ ਚਾਹੀਦਾ, ਤੁਹਾਨੂੰ ਐਸੀ ਹੁਣ ਕਾਂਗਰਸ ਨੇ ਤੁਹਾਡੇ ਤੋਂ ਇੱਕ ਕਦਮ ਅੱਗੇ ਚਲੇਗੀ। ਸ਼ਾਇਦ ਇਹ ਸ਼ਰੀਕੇਬਾਜ਼ੀ ਜਾਂ ਸਿਆਸੀ ਸ਼ਰੀਕੇਬਾਜ਼ੀ ਕਹਿ ਸਕਦੇ ਇਹਨੂੰ। ਦੇਖੋ, ਪਹਿਲਾਂ ਮੈਂ ਇਹਦਾ ਇਹ ਸਾਫ਼ ਪਤਾ ਲੱਗਦਾ कि ये श्रोमणी अकाली दल तो घबराए हुए ने। मैं देखो, तुसी भी यकीन करोगे, मैं जिहड़ी एग्जाम्पल देन लगा, 4.5 साल इन्हां दी साल रही जी। 4.5 सालां दे विच इन्हां ने 2 डिप्टी सीएम क्यों नहीं बनाए? मेरा पहला सवाल है। जे मैं गलत हाँ तो दसो। ये हुण जदों साडे बादल साडे प्रधान साहब ने अनाउंस किया कि एक हिंदू भाईचारे तो डिप्टी सीएम लिया जाएगा, एक SC या OBC वर्ग तो जिहड़ा डिप्टी सीएम लिया जाएगा, उस तो बाद इन्हां ने देखिया नाल साडा बसपा दे नाल जिहड़ा गठजोड़ होया, उस तो बाद इन्हां दी नींदा रात दियां उड गईयां। और उहदा कारण सीगा कि इन्हां ने एक SC भाईचारे तो सीएम जिहड़ा वो लिया के साडे विच खड़ा कीता आ। असीं चलो उहदा असीं सानूं इस चीज़ नाल कोई फर्क नहीं पैंदा कि वो जिहड़े मर्जी समाज तो आ, पर मैं परसनली ये समझदा आ ये सारा कुछ जो भी हो रहा ये श्रोमणी अकाली दल दे जिहड़े 13 नुकाती प्रोग्राम है ना, उन्हां तो डरे घबरे होए
ਉਹਨਾਂ ਤੋਂ ਬਾਹਰ ਨਿਕਲਣ ਲਈ ਇਹ ਕੋਸ਼ਿਸ਼ ਕਰ ਰਹੇ, ਲੇਕਿਨ ਜਨਤਾ ਨੇ ਚਪੇੜਾ ਮਾਰ-ਮਾਰ ਕੇ ਜਵਾਬ ਦੇਣਾ ਇਹਨੂੰ। ਮੇਰਾ ਪਹਿਲਾ ਸਵਾਲ ਇਹ ਹੋਏਗਾ ਸ਼ਰਮਾ ਜੀ ਕਿ ਕਿਸ ਤਰ੍ਹਾਂ ਸਮੀਕਰਨ ਬਦਲੇ ਨੇ ਪੰਜਾਬ ਦੇ ਕਿ ਲੋੜ ਪੈ ਗਈ ਸਿਆਸੀ ਪਾਰਟੀਆਂ ਨੂੰ ਹਿੰਦੂ ਐਸਸੀ ਦੂਸਰਾ ਤੀਸਰਾ ਸੀਐਮ ਡਿਪਟੀ ਸੀਐਮ ਕਰਨ ਦੀ? ਦੇਖੋ ਇਹਦੇ ਲਈ ਮੈਂ, ਜੇ ਤੁਸੀਂ ਪਰਸਨਲ ਮੇਰੇ ਵਿਊ ਦੇ ਪੁੱਛੋ, ਮੈਂ ਪਾਰਟੀ ਦੀ ਲੀਕ ਤੋਂ ਹਟ ਕੇ ਜੇ ਮੈਂ ਗੱਲ ਕਰਾਂ, ਮੈਂ ਪਰਸਨਲੀ ਇਹ ਸਮਝਦਾ ਬੀਇੰਗ ਅ ਪੰਜਾਬੀ ਐਂਡ ਬੀਇੰਗ ਅ ਸਿਟੀਜ਼ਨ ਆਫ ਇੰਡੀਆ ਕਿ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਪੰਜਾਬ ਦਾ ਭਲਾ ਕਰ ਸਕੇ। ਉਹ ਕਿਹੜੀ ਜਾਤ ਦਾ ਆ ਇਹ ਮੈਟਰ ਨਹੀਂ ਕਰਦਾ, ਬੰਦਾ ਪੜ੍ਹਿਆ ਲਿਖਿਆ ਹੋਵੇ, ਪੰਜਾਬ ਨੂੰ ਸਾਂਭਣ ਵਾਲਾ ਹੋਵੇ, ਗਲਤ ਪਾਸੇ ਨਾਲ ਜਾਣ ਵਾਲਾ ਹੋਵੇ, ਉਹਦੇ 'ਚ ਹਰ ਉਹ ਕੁਆਲਿਟੀ ਜੋ ਇੱਕ ਸੀਐਮ ਦੇ ਵਿੱਚ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਆ। ਉਹਦੀ ਜ਼ਾਤ ਮੈਟਰ ਨਹੀਂ ਕਰਨੀ ਚਾਹੀਦੀ। ਪਰ ਹੁਣ ਜਿਹੜੀ ਇਹ ਗੱਲ ਚੱਲ ਪਈ, ਦੇਖੋ ਹਰ ਵਰਗ ਇਹ ਮਹਿਸੂਸ ਕਰਦਾ ਆ ਕਿ ਮੇਰੇ ਲਈ ਕੀ ਕੀਤਾ, ਠੀਕ ਹੈ। ਇਹਦੇ ਲਈ ਵੀ ਮੈਂ ਸਮਝਦਾ ਸਾਡੇ ਜਿਹੜੇ ਸਰਕਾਰਾਂ ਨੇ ਉਹੀ ਜ਼ਿੰਮੇਦਾਰ ਨੇ। ਮੈਨੂੰ ਇੱਕ ਗੱਲ ਦੱਸੋ, ਜਦੋਂ ਜਾਤੀ ਜਨਗਣਨਾ ਹੁੰਦੀ ਹੈ, ਜਦੋਂ ਆਪਣੀ ਗਿਣਤੀ ਹੁੰਦੀ ਹੈ ਇੰਡੀਆ ਦੀ, ਜਦੋਂ ਕੇਂਦਰ ਕਰਾਉਂਦੀ ਆ, ਤੁਸੀਂ ਉਹ ਕਦੀ ਕਾਲਮ ਪੜ੍ਹਿਆ ਹੋਵੇ, ਉਹਦੇ ਵਿੱਚ ਲਿਖਿਆ ਹੁੰਦਾ ਧਰਮ ਤੇ ਜਾਤ। ਯਾਰ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇੰਡੀਅਨ ਆ, ਇਹ ਘੱਟ ਆ? ਮੈਂ ਇੰਡੀਅਨ ਆ, ਇਹ ਬਹੁਤ ਨਹੀਂਗਾ? ਮੈਂ ਇਹ ਦੱਸਾਂ ਕਿ ਇਹ ਮੇਰਾ ਨਾਮ ਆ, ਇਹ ਮੇਰੇ ਬਾਪ ਤੇ ਮੇਰੀ ਮਾਂ ਦਾ ਨਾਮ ਆ, ਇਹ ਮੇਰੀ ਏਜ ਆ ਮੇਰਾ ਸੂਬਾ, ਮੇਰਾ ਜ਼ਿਲ੍ਹਾ ਤੇ ਆ ਮੇਰਾ ਦੇਸ਼, ਇਹ ਸਫੀਸ਼ੀਐਂਟ ਨਹੀਂ ਹੈ? ਉਹਦੇ ਵਿੱਚ ਸਪੈਸ਼ਲ ਇੱਕ ਕਾਲਮ ਰੱਖਿਆ ਜਾਂਦਾ ਵੀ ਤੁਹਾਡਾ ਧਰਮ ਕੀ ਆ, ਤੁਹਾਡੀ ਜਾਤ ਕੀ ਆ। ਇਹ ਮੈਂ ਸਮਝਦਾ ਕੇਂਦਰ ਸਰਕਾਰ ਇਸ ਪਾਲਿਸੀ ਨੂੰ ਬੰਦ ਕਰੇ, ਕੇਂਦਰ ਸਰਕਾਰ ਇਹ ਜਾਤੀय ਜਨਗਣਨਾ ਬੰਦ ਕਰੇ, ਇੰਡੀਅਨ ਦੀ ਜਨਗਣਨਾ ਕਰੇ, ਸਾਰੇ ਮਸਲੇ ਹੱਲ ਹੋ ਉਹ ਆਪਾਂ ਫਿਰ ਕਿਤੇ ਕਰ ਲਾਂਗੇ। ਸ਼ਰਮਾ ਜੀ, ਆਪਾਂ ਫਿਰ ਪੰਜਾਬ ਦੀ ਰਾਜਨੀਤੀ ਤੇ ਆ ਜਾਈਏ। ਤੁਸੀਂ ਪੜ੍ਹੇ ਲਿਖੇ ਨੇਤਾ ਦੀ ਗੱਲ ਕੀਤੀ, ਸਾਨੂੰ ਜਿਹੜੇ ਵਿੱਤ ਮੰਤਰੀ ਬਹੁਤ ਪੜ੍ਹੇ ਲਿਖੇ ਮਿਲੇ ਆ। ਦੇਖੋ ਪੜ੍ਹੇ ਲਿਖੇ ਹੋਣਾ, ਤੁਸੀਂ ਡਿਗਰੀਆਂ ਨੂੰ ਪੜ੍ਹੇ ਲਿਖਿਆ ਮੰਨਦੇ ਹੋ? ਪੰਜਾਬ ਦੇ ਵਿੱਚ ਇਹੋ ਜਿਹੇ ਵੀ ਮੁੱਖ ਮੰਤਰੀ ਰਹੇ ਆ ਜਿਨ੍ਹਾਂ ਦੀ, ਜਾਂ ਮੰਤਰੀ ਰਹੇ ਆ ਜਾਂ ਐਮਐਲਏ ਰਹੇ ਆ ਜਿਨ੍ਹਾਂ ਦੀ ਡਿਗਰੀ ਮੇਰੇ ਖਿਆਲ ਨਾਲ ਕੋਈ 5ਵੀਂ ਪਾਸ ਸੀਗਾ, ਕੋਈ 10ਵੀਂ ਪਾਸ ਸੀਗਾ। ਤੇ ਪੜ੍ਹਿਆ ਲਿਖਿਆ, ਮੈਂ ਸਮਝਦਾ ਇਹ ਪੜ੍ਹਿਆ ਲਿਖਿਆ ਜ਼ਿਆਦਾ ਮੈਟਰ ਕਰਦਾ ਕਿ ਪ੍ਰੈਕਟੀਕਲੀ ਉਹਨੂੰ ਕੀ ਨੌਲੇਜ ਹੈ। ਇਹੋ ਜਿਹੇ ਵਿੱਤ ਮੰਤਰੀ ਨਾਲੋਂ ਮੈਂ ਸਮਝਦਾ ਵਾਂ ਕਿ ਕਿਸੇ ਪੰਜਾਬ ਦੀ ਘਰੇਲੂ ਮਹਿਲਾ ਨੂੰ ਵਿੱਤ ਵਿਭਾਗ ਦੇ ਦਿੱਤਾ ਜਾਵੇ ਨਾ, ਤੇ ਉਹ ਆਟੇ ਦਾਲ ਨੂੰ ਬਹੁਤ ਵਧੀਆ ਮੈਨੇਜ ਕਰ ਲੂ ਇਸ ਮਨਪ੍ਰੀਤ ਬਾਦਲ ਸਾਹਿਬ ਨਾਲੋਂ। ਉਹਨਾਂ ਦਾ ਤਾਂ ਆਪਾਂ ਇਹ ਕਹਿ ਸਕਦੇ ਨਾ, ਬੜਾ ਇੱਕ ਲੰਬਾ ਚੌੜਾ ਇੱਕ ਖਾਨਦਾਨੀ ਸਿਆਸੀ ਤਜਰਬਾ, ਆਪਾਂ ਉਹਨਾਂ ਨੂੰ ਕਿੱਦਾਂ ਚੈਲੰਜ ਕਰ ਸਕਦੇ ਹਾਂ? ਹੁਣ ਵੀ ਤਾਂ ਦੇ ਹੀ ਰਹੇ ਨੇ, ਖਜ਼ਾਨਾ ਖੁੱਲਿਆ ਹੀ ਆ। ਉਹ ਅਸੀਂ ਕਿਤੇ ਚੈਲੰਜ ਕਰ ਰਹੇ ਹਾਂ, ਉਹਨਾਂ ਦੀ ਹਰਕਤਾਂ ਚੈਲੰਜ ਕਰਵਾ ਰਹੀਆਂ ਨੇ। ਮੈਨੂੰ ਇੱਕ ਗੱਲ ਦੱਸੋ, ਅੱਜ ਲੇਟੈਸਟ ਮੈਂ ਤੁਹਾਨੂੰ ਇੱਕ ਗੱਲ ਦੱਸੀ ਆ, ਜਦੋਂ ਇਹਨਾਂ ਦਾ ਕੋਈ ਐਮਐਲਏ, ਇਹਨਾਂ ਦੀ ਪਾਰਟੀ ਦਾ ਐਮਐਲਏ ਭਾਵੇਂ ਵਿਪਕਸ਼ ਦਾ ਐਮਐਲਏ, ਇਹਨਾਂ ਕੋਲ ਜਾ ਕੇ ਜਦੋਂ ਕੋਈ ਫੰਡ ਮੰਗਦਾ ਆ ਤੇ ਉਹ ਕਹਿੰਦੇ ਸਾਡੇ ਕੋਲ ਕੱਖ ਨਹੀਂ। ਜਿਹੜੇ ਹੁਣ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਐਸਸੀ ਭਾਈਚਾਰੇ ਦੀ, ਐਸਸੀ ਭਾਈਚਾਰੇ ਦਾ ਜਦੋਂ ਧਰਮ ਸੋਤ ਨੇ ਇਹਨਾਂ ਦੇ ਜਿਹੜਾ ਉਹ ਫੰਡ ਨੂੰ ਲੈ ਕੇ ਜਿਹੜਾ ਇਹਨਾਂ ਨੇ ਕਲੇਸ਼ ਪਾਇਆ ਸੀਗਾ, ਖਾ ਗਿਆ ਸੀਗਾ ਇਹਨਾਂ ਦੇ ਪੈਸੇ, ਉਹ ਪੈਸੇ ਦੀ ਹਜੇ ਤੱਕ ਕੋਈ ਗੱਲ ਨਹੀਂ ਚੱਲੀ। ਔਰ ਜਦੋਂ ਆਪਣੇ ਗਰੀਬ ਵਿਧਾਇਕਾਂ ਨੂੰ, ਵਿਚਾਰੇ ਬੜੇ ਮਾਤੜ ਗਰੀਬ ਜਿਹੜੇ ਸਾਈਕਲ ਤੇ ਵਿਧਾਨ ਸਭਾ ਜਾਂਦੇ ਨੇ, ਉਹਨਾਂ ਐਮਐਲਏ ਨੂੰ ਜਦੋਂ ਇਨੋਵਾ ਗੱਡੀਆਂ ਦੇਣ ਦੀ ਗੱਲ ਆਈ, 4 ਕਰੋੜ 20 ਲੱਖ ਰੁਪਇਆ ਪਾਸ ਕਰਕੇ ਪਰਾਂ ਧਰਤਾ, ਸਾਨੂੰ ਦੱਸਿਆ ਵੀ ਨਹੀਂ ਕਿਸੇ ਨੂੰ, ਨਾ ਕਿਸੇ ਨੂੰ ਪੁੱਛਿਆ, ਨਾ ਕੈਬਨਿਟ ਦੀ ਮਨਜ਼ੂਰੀ ਲਈ। ਕਿਉਂ? ਮੈਨੂੰ ਦੱਸੋ, ਇਹ ਇਹੋ ਜਿਹੇ ਵਿੱਤ ਮੰਤਰੀ ਤੁਸੀਂ ਪੜ੍ਹਿਆ ਲਿਖਿਆ ਕਹਿੰਦੇ? ਮੈਂ ਕਹਿੰਦਾ ਇਹਦੇ ਨਾਲੋਂ ਜਿਹੜਾ ਮੈਂ ਅੱਗੇ ਵੀ ਤੁਹਾਨੂੰ ਕਿਹਾ, ਪੰਜਾਬ ਦੀ ਇੱਕ ਗਰੀਬ ਮਹਿਲਾ ਜਾਂ ਇੱਕ ਰੇਹੜੀ ਵਾਲਾ ਇਹਦੇ ਨਾਲ ਬਹੁਤ ਵਧੀਆ ਵਿੱਤ ਮੰਤਰੀ ਸਾਬਤ ਹੋ ਸਕਦਾ ਹੈ। ਨਹੀਂ, ਇਹ ਸ਼ਰੀਕੇਬਾਜ਼ੀ ਹੈ ਜਾਂ ਕਿਉਂਕਿ ਤੁਹਾਡੇ ਅਕਾਲੀ ਦਲ ਦੇ ਰਾਜ ਵਿੱਚ ਵੀ ਤਾਂ ਹੁਣ ਤਾਂ ਸਿਰਫ ਇਨੋਵਾ, ਉਸ ਟਾਈਮ ਦੀ ਕੈਮਰੀ ਗੱਡੀ ਦਿੱਤੀ ਗਈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਕੈਮਰੀ ਮਹਿੰਗੀ ਹੈ ਜਾਂ ਇਨੋਵਾ ਮਹਿੰਗੀ ਸੀ? ਦੇਖੋ ਕੈਮਰੀ ਗੱਡੀ ਦਿੱਤੀ ਗਈ ਸੀ ਉਸ ਵੇਲੇ ਮੰਤਰੀਆਂ ਨੂੰ, ਉਸ ਵੇਲੇ ਤੁਸੀਂ ਕਰਜ਼ਾ ਵੀ ਦੇਖੋ ਸਰਕਾਰ ਦੇ ਉੱਤੇ ਕਿੰਨਾ ਸੀਗਾ ਉਸ ਵੇਲੇ। ਮੇਰੇ ਕੋਲ ਆંકੜੇ ਇਸ ਵੇਲੇ ਮੌਜੂਦ ਨਹੀਂ ਗਏ, ਅਗਲੀ ਇੰਟਰਵਿਊ 'ਚ ਮੈਂ ਤੁਹਾਨੂੰ ਇਸ ਚੀਜ਼ ਦਾ ਜਵਾਬ ਦਊਂਗਾ ਵਿਦ ਪੇਪਰ ਕਿ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀਗੀ, ਉਸ ਵੇਲੇ ਭਾਜਪਾ ਨਾਲ ਗਠਬੰਧਨ ਸੀਗਾ, ਉਸ ਵੇਲੇ ਪੰਜਾਬ ਕਿੰਨਾ ਕਰਜ਼ਾਈ ਸੀਗਾ। ਔਰ ਉਸ ਵੇਲੇ ਪੰਜਾਬ ਦਾ ਬਿਜਲੀ ਦਾ ਮੇਰੇ ਖਿਆਲ ਸਰਪ੍ਰਸਤ ਸੂਬਾ ਬਣਿਆ ਹੋਇਆ ਸੀਗਾ। ਔਰ ਅੱਜ ਦੀ ਡੇਟ ਦੇ ਵਿੱਚ ਦੇਖੋ, ਉਸ ਵੇਲੇ ਕਦੇ ਵੀ ਤੁਸੀਂ ਇੱਕ ਚੀਜ਼ ਨੋਟ ਕਰਿਓ ਸ਼ਰਮਾ ਜੀ, ਸਾਡੇ ਮੁੱਖ ਮੰਤਰੀ ਬਾਦਲ ਸਾਹਿਬ ਨੇ ਕਦੀ ਨਹੀਂ ਕਿਹਾ ਕਿ ਮੇਰਾ ਖਜ਼ਾਨਾ ਖਾਲੀ ਹੈ। ਤੁਸੀਂ ਕਦੀ ਉਹਨਾਂ ਦੇ ਇੰਟਰਵਿਊ ਦੇਖ ਲਿਓ, ਉਹਨਾਂ ਨੇ ਉਸ ਵੇਲੇ ਜਦੋਂ ਮੁੱਖ ਮੰਤਰੀ ਸੀਗੇ, ਉਹਨਾਂ ਨੇ ਕਦੀ ਨਹੀਂ ਕਿਹਾ ਵੀ ਸਾਡਾ ਖਜ਼ਾਨਾ ਖਾਲੀ ਆ। ਇਹ ਸਵਾਲ ਅੱਜ ਤਾਂ ਉੱਠ ਰਿਹਾ ਜਦੋਂ ਲੋਕਾਂ ਦੀ ਭਲਾਈ ਦੇ ਲਈ 1 ਰੁਪਈਆ ਮੰਗ ਲਓ, ਇਹ ਕਹਿੰਦੇ ਖਜ਼ਾਨਾ ਖਾਲੀ ਆ। ਜਦੋਂ ਕੋਈ ਇਹਨਾਂ ਤੋਂ ਕੋਈ ਸਕੀਮ ਦੇ ਕਹ ਲਓ ਵੀ ਸਕੀਮ ਪੂਰੀ ਕਿਉਂ ਨਹੀਂ ਹੋਈ, ਸ਼ਗਨ ਸਕੀਮ ਸੀਗੀ, ਪੈਸੇ ਨਹੀਂ ਦਿੱਤੇ, ਠੀਕ ਆ, ਵਜੀਫੇ ਦੀ ਸਕੀਮ ਸੀਗੀ, ਪੈਸੇ ਨਹੀਂ ਦਿੱਤੇ। ਜਦੋਂ ਇਹਨਾਂ ਨੂੰ ਪੁੱਛੋ ਕਹਿੰਦੇ ਜੀ ਖਜ਼ਾਨਾ ਖਾਲੀ ਆ। ਜਿਹੜੇ ਮੈਂ ਗੱਲ ਨੂੰ ਤੁਹਾਡੇ ਨੂੰ ਟਾਈਮ ਲਾਊਂਗਾ 1 ਮਿੰਟ, ਜਿਹੜੇ ਸਾਡੇ ਯੂਨੀਅਨ ਵਾਲੇ ਬੰਦੇ ਨੇ, ਸਰਕਾਰੀ ਮੁਲਾਜ਼ਮ ਨੇ, ਉਹਨਾਂ ਦੀ ਤਨਖਾਹ ਦੇਖੋ ਜਾ ਕੇ ਪੁੱਛੋ, 2-2 4-4 6-6 ਮਹੀਨੇ ਦੀ ਪੈਂਡਿੰਗ ਪਈ ਆ। ਤੇ ਜਦੋਂ ਇਹਨਾਂ ਨੂੰ ਉਹ ਪੁੱਛੋ ਵੀ ਤੁਸੀਂ ਇਹਨਾਂ ਦੇ ਫੰਡ ਕਿਉਂ ਨਹੀਂ ਰਿਲੀਜ਼ ਕਹਿੰਦੇ, ਉਹ ਕਹਿੰਦੇ ਖਜ਼ਾਨਾ ਖਾਲੀ ਆ। ਇਹ ਖਜ਼ਾਨਾ ਖਾਲੀ ਇਹਨਾਂ ਨੇ ਰੋਲਾ ਪਾਇਆ, ਤੇ ਜਦੋਂ ਵਿਧਾਇਕਾਂ ਨੂੰ ਦੇਣ ਦੀ ਗੱਲ ਆਈ ਤੇ ਉਦੋਂ ਖਜ਼ਾਨਾ ਭਰਿਆ ਕਿੱਦਾਂ ਹੋ ਗਿਆ? ਮੇਰਾ ਸਵਾਲ ਇਹ ਆ। ਨਹੀਂ, ਉਹ ਨਜ਼ਲਾ ਫਿਰ ਪਿਛਲੀ ਸਰਕਾਰ, ਅਕਾਲੀ ਬੀਜੇਪੀ ਸਰਕਾਰ ਤੇ ਹੀ ਡਿੱਗਦਾ ਹੈ ਕਿ ਬਿਜਲੀ ਮਹਿੰਗੀ ਇਹਨਾਂ ਨੇ ਕੀਤੀ
ਬਾਕੀ ਜਿਹੜੇ ਆ ਲੋਕਾਂ ਨੂੰ ਜਿਹੜਾ ਆਟਾ ਦਾਲ ਸਕੀਮ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਰਕਾਰ ਦੀਆਂ ਸੀ, ਸਰਕਾਰੀ ਜ਼ਮੀਨਾਂ ਵੇਚ ਦਿੱਤੀਆਂ, ਇਦਾਂ ਦਾ ਕਾਫੀ ਕੁਝ ਉਹ ਕਹਿ ਕੇ ਉਹ ਸਾਰਾ ਕੁਝ ਜਿਹੜਾ ਨਜਲਾ ਉਹ ਪਿਛਲੀ ਸਰਕਾਰ ਤੇ ਹੀ ਸੁੱਟਦੇ ਆ। ਕਿਸ ਤਰ੍ਹਾਂ ਦੇਖੋ ਇਸ ਬਾਰੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੇ ਬੜਾ ਵਧੀਆ ਕਲੀਅਰ ਜਵਾਬ ਦਿੱਤਾ ਸੀਗਾ। ਉਹਨੇ ਚੈਲੰਜ ਕੀਤਾ ਸੀਗਾ ਕਿ ਉਸ ਵੇਲੇ ਜਿਹੜੀ ਕਮੇਟੀ ਬਣੀ ਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ, ਉਹਨਾਂ ਨੇ ਇੱਕ ਗਾਈਡਲਾਈਨ ਦਿੱਤੀ ਸੀਗੀ ਕਿ ਜਿੰਨੇ ਵੀ ਪ੍ਰਾਈਵੇਟ ਬਿਜਲੀ ਲੈਣੀ ਆ ਉਹਦਾ ਪਰਫੋਰਮਾ ਆ ਉਹਦਾ ਸਿਸਟਮ ਆ, ਇਹਦੇ ਤਹਿਤ ਤੁਸੀਂ ਜਾ ਸਕਦੇ ਆ, ਰੂਲ ਐਂਡ ਰੈਗੂਲੇਸ਼ਨ ਇਹ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਇਹ ਜੋ ਪਰਫੋਰਮਾ ਸੈੱਟ ਕੀਤਾ ਉਸ ਵੇਲੇ ਇੰਡੀਆ ਦੇ ਵਿੱਚ ਸਭ ਤੋਂ ਘੱਟ ਬਿਜਲੀ ਜਿਹੜੀ ਰੇਟਾਂ ਤੇ ਸੀਗੀ ਉਹ ਪੰਜਾਬ ਨੇ ਸੈੱਟ ਕੀਤਾ ਸੀਗਾ, ਜਿਹੜਾ ਐਗਰੀਮੈਂਟ ਸੀਗਾ। ਔਰ ਅੱਜ ਵੀ ਮੈਂ ਕਹਿੰਦਾ, ਮੈਂ 1% ਤੋਂ ਵੱਧ ਗੱਲ ਕਰਕੇ ਸਾਡੇ ਬਾਦਲ ਸਾਹਿਬ ਨੇ ਵੀ ਇਹੀ ਗੱਲ ਕਿ ਮੈਂ ਵੀ ਇਹੀ ਕਹਿਣਾ, ਜੇ ਇਹਨਾਂ ਨੂੰ ਲੱਗਦਾ ਕਿ ਕੁਝ ਗਲਤ ਹੋਇਆ ਤੁਸੀਂ ਸਮਝੌਤੇ ਰੱਦ ਕਰ ਦਿਓ। ਤੁਸੀਂ ਕਿਉਂ ਨਹੀਂ ਕਰਦੇ ਰੱਦ? ਨਹੀਂ, ਸਿੱਧੂ ਸਾਹਿਬ ਨੇ ਤਾਂ ਇਹੋ ਹੀ ਰੌਲਾ ਪਾਇਆ ਕਿ ਮੇਰੀ ਚੱਲਦੀ ਨਹੀਂ ਹੈ, ਹੁਣ ਚਲਾਉਣ ਵਾਸਤੇ ਕੀਤਾ, ਹੁਣ ਟਾਈਮ ਤਾਂ ਦਿਓਗੇ ਨਾ। ਸਿੱਧੂ ਸਾਹਿਬ ਇੱਕ ਸਿਰੇ ਦੇ ਨਾਸ਼ੁਕਰੇ ਬੰਦੇ ਨੇ। ਇਹਨਾਂ ਨੇ ਅੱਜ ਤੱਕ ਜਿਹਦੇ ਨਾਲ ਯਾਰੀ ਲਾਈ ਹੈ ਉਹਦੀ ਪਿੱਠ 'ਚ ਛੁਰਾ ਮਾਰਿਆ। ਸਭ ਤੋਂ ਵੱਡਾ ਐਗਜ਼ਾਮਪਲ, ਅਸੀਂ ਗੁਰੂ ਨੂੰ ਸਾਡੀ ਇੰਡੀਅਨ ਕਲਚਰ ਦੇ ਵਿੱਚ ਬਹੁਤ ਵੱਡਾ ਅਸੀਂ ਸਨਮਾਨ ਦਿੰਦੇ ਆ, ਮਾਣ ਦਿੰਦੇ ਆ। ਇਹਨਾਂ ਦੇ ਰਾਜਨੀਤਿਕ ਗੁਰੂ ਅਰੁਣ ਜੇਤਲੀ ਜੀ, ਸਿਰਫ ਉਹਨਾਂ ਨੇ ਇੱਕ ਸੀਟ ਮੰਗੀ ਸੀ, ਉਹਦੇ ਬਦਲੇ 'ਚ ਉਹਨੂੰ ਰਾਜ ਸਭਾ ਭੇਜ ਵੀ ਦਿੱਤਾ ਸੀਗਾ। ਇੱਕ ਤੇ ਹੁੰਦਾ ਲਾਰਾ ਲਾਉਣਾ, ਇੱਕ ਭੇਜ ਦਿੱਤਾ ਸੀਗਾ, ਨੋਮੀਨੇਟ ਕਰਤਾ ਸੀਗਾ। ਉਹਦੇ ਬਾਵਜੂਦ ਇਸ ਅਹੰਕਾਰੀ ਬੰਦੇ ਨੇ ਉਹ ਬਰਦਾਸ਼ਤ ਨਹੀਂ ਹੋਇਆ ਤੇ ਉੱਥੇ ਇਹਨੇ ਭਾਜਪਾ ਤੋਂ ਕਲੇਸ਼ ਪਾ ਕੇ ਉਧਰ ਬਗਾਵਤ ਕਰ ਦਿੱਤੀ। ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਿਹੜੇ ਬਾਦਲ ਸਾਹਿਬ ਦੇ ਪੈਰੀ ਹੱਥ ਲਾਉਂਦਾ ਸੀ, ਪਾਪਾ ਜੀ ਕਹਿੰਦਾ ਸੀਗਾ, ਉਹਨਾਂ ਦੇ ਨਾਲ ਇਹਨੇ ਜੋ ਕੁਝ ਬੋਲਿਆ ਤੁਹਾਨੂੰ ਪਤਾ ਆ। ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਪਾਪਾ ਜੀ ਦੇ ਨਾਲ ਪੈਰੀ ਪਏ ਇਹ। ਰਾਹੁਲ ਗਾਂਧੀ ਜੀ ਨੂੰ ਐਡਾ ਪੱਪੂ ਨਾਮ ਪੂਰੇ ਇੰਡੀਆ 'ਚ ਮਸ਼ਹੂਰ ਆ, ਤੇ ਇਹਨਾਂ ਰਾਹੁਲ ਗਾਂਧੀ ਨੂੰ ਕੋਈ ਜਾਣਦਾ ਹੋਊਗਾ, ਪੱਪੂ ਕਹਿੰਦੇ ਝੱਟ ਪਛਾਣ ਜਾਂਦੇ ਵੀ ਰਾਹੁਲ ਗਾਂਧੀ ਦੀ ਗੱਲ ਹੋ ਰਹੀ ਆ। ਉਹ ਨਾਮ ਦੇਣ ਵਾਲਾ ਬੰਦਾ ਉਹਦੇ ਪੈਰੀ ਡਿੱਗਦਾ ਆ। ਤੇ ਮੈਨੂੰ ਦੱਸੋ ਇਸ ਬੰਦੇ ਦੀ ਕਿਹੜੀ ਗੱਲ ਨੂੰ ਸੀਰੀਅਸ ਲੈਣਾ ਚਾਹੀਦਾ? ਉਹ ਕਦੀ ਇਹਦੇ ਘਰ ਦੇ ਸੀਰੀਅਸ ਨਹੀਂ ਲੈਂਦੇ। ਸ਼ਰਮਾ ਜੀ, ਆਪਾਂ ਕਾਹਤੋਂ ਸੀਰੀਅਸ ਲਈ ਜਾਂਦੇ ਇਹਨੂੰ ਪੰਜਾਬ 'ਚ? ਸੀਰੀਅਸ ਨਹੀਂ, ਆਖਰ ਕਾਂਗਰਸ ਹਾਈ ਕਮਾਂਡ ਨੇ ਕੁਛ ਨਾ ਕੁਛ ਤਾਂ ਦੇਖਿਆ ਹੋਏਗਾ ਸਿੱਧੂ ਦੇ ਵਿੱਚ ਕਿ ਉਹਨਾਂ ਨੂੰ ਸਟੇਟ ਦਾ, ਸੂਬੇ ਦਾ ਪ੍ਰਧਾਨ ਬਣਾਤਾ। ਬਿਲਕੁਲ ਦੇਖਿਆ ਹੋਏਗਾ। ਇਹ ਬੰਦਾ ਜੁਮਲੇਬਾਜ਼ ਬਹੁਤ ਸੋਹਣਾ ਆ, ਮੋਦੀ ਸਾਹਿਬ ਤੋਂ ਵੱਡਾ ਜੁਮਲੇਬਾਜ਼ ਆ। ਇਹ ਮਦਾਰੀ ਆ, ਇਹ ਡੁਗਡੁਗੀ ਜਦੋਂ ਵਜਾ ਕੇ ਬੰਦਾ ਇਕੱਠ ਕਰਨ ਨੂੰ ਬਹੁਤ ਵਧੀਆ ਆ, ਠੀਕ ਆ। ਇਹ ਚੁਟਕਲੇ ਬਹੁਤ ਸੋਹਣੇ ਸੁਣਾਊਗਾ। ਸ਼ਾਇਦ ਤੁਹਾਡਾ ਮਾਹੌਲ ਮਨੋਰੰਜਨ ਕਰਨ ਦੇ ਵਿੱਚ ਇਹਦਾ ਕੋਈ ਸਾਥੀ ਨਹੀਂ। ਔਰ ਦੇਖੋ, ਜਦੋਂ ਕੋਈ ਰੈਲੀ ਹੁੰਦੀ ਆ ਉਹਦੇ ਮਨੋਰੰਜਨ ਕਰਨ ਲਈ ਮੈਂ ਸਮਝਦਾ ਇੱਕ ਬੰਦੇ ਦੀ ਲੋੜ ਹੁੰਦੀ ਆ। ਇਹ ਉਸ ਲਾਇਕ ਆ, ਉਹਦੇ ਹਿਸਾਬ ਨਾਲ ਬਹੁਤ ਵਧੀਆ। ਜਿਹੋ ਜੀ ਕਾਂਗਰਸ ਪਾਰਟੀ ਆ ਉਹੋ ਜੀ ਇਹ, ਜਿਹੋ ਜਿਹੇ ਕੋਖੇ ਉਹੋ ਜਿਹੇ ਇਹਨਾਂ ਦੇ ਬੱਚੇ। ਸੀਐਮ ਚੰਨੀ ਸਾਹਿਬ ਦੀ ਸਰਕਾਰ ਦਾ ਇੱਕ ਟਾਈਮ ਦਾ ਹਨੀਮੂਨ ਪੀਰੀਅਡ ਵੀ ਆ ਔਰ ਐਂਡਿੰਗ ਵੀ ਆ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਹਨੂੰ ਮੈਂ ਇਹ ਸਮਝਦਾ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੈ। 300 ਦਿਨ ਰਹਿ ਗਏ, 31 ਦਸੰਬਰ ਨੂੰ ਬਾਅਦ ਚੋਣ ਜਾਬਤਾ ਲੱਗ ਜਾਣਾ ਕਿਸੇ ਵੇਲੇ। ਦੇਖੋ ਅੱਜ ਹੀ ਇਹ ਕਾਹਤੋਂ ਤੁਹਾਨੂੰ ਲੋੜ ਪੈ ਗਈ? ਪਹਿਲਾਂ ਸੀਸਵਾਂ ਫਾਰਮ ਤੋਂ ਇਹ ਪੰਜਾਬ ਭਵਨ ਜਿਹੜਾ ਆਪਣਾ ਵਿਧਾਨ ਸਭਾ ਆ ਜਾਂ ਸੀਐਮ ਆਫਿਸ ਜਿਹੜਾ, ਉੱਥੋਂ ਤੇ ਕਾਂਗਰਸ ਸਰਕਾਰ ਕਦੀ ਚੱਲੀ ਨਹੀਂ। ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਸੀਸਵਾ ਫਾਰਮ ਤੋਂ ਸਾਰੇ ਇਹਨਾਂ ਦੇ ਹੁਕਮਨਾਮੇ ਆਉਂਦੇ ਸੀਗੇ। ਅੱਜ ਦਿੱਲੀ ਤੋਂ ਆ ਰਹੇ ਨੇ। ਕਿੱਡੀ ਲਾਹਨਤ ਵਾਲੀ ਗੱਲ ਆ। ਇਹ ਤੋਂ ਪਤਾ ਲੱਗਦਾ ਇੱਕ ਕਮਜ਼ੋਰ ਬੰਦਾ ਮੁੱਖ ਮੰਤਰੀ ਬਣਿਆ ਆ। 5 ਦਿਨਾਂ ਦੇ ਵਿੱਚ 3 ਵਾਰੀ ਦਿੱਲੀ ਬੁਲਾਇਆ ਜਾਂਦਾ ਆ। ਚੌਥੀ ਵਾਰ ਰਾਤੀ ਅੱਜ ਜਿਹੜੇ ਮੰਤਰੀਆਂ ਦੀ ਲਿਸਟ ਇਹਨਾਂ ਨੇ ਅਨਾਉਂਸ ਕਰਨੀ ਸੀ, ਉਹ ਰਾਹੁਲ ਗਾਂਧੀ ਨਾਲ ਵੀਡੀਓ ਕਾਲ ਦੇ ਉੱਤੇ ਜਾਂ ਜੋ ਵੀ ਉਹਨਾਂ ਦਾ ਮੀਟਿੰਗ ਲੈ ਕੇ ਉਸ ਤੋਂ ਬਾਅਦ ਅਨਾਉਂਸ ਹੋ ਰਹੇ ਆ। ਮੈਨੂੰ ਇੱਕ ਗੱਲ ਦੱਸੋ, ਇੱਕ ਬੰਦਾ, ਮੈਂ ਇਹ ਸਮਝਦਾ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਬੰਦੇ ਦਾ ਜ਼ਿਆਦਾ ਕੰਟਰੋਲ ਹੁੰਦਾ। ਮੇਰਾ ਪਰਿਵਾਰ ਬਹੁਤ ਛੋਟਾ ਜਿਹਾ ਆ, ਉਹਦੇ ਵਿੱਚ ਮੈਨੂੰ ਪਤਾ ਮੇਰਾ ਇੰਨਾ ਕੁ ਕੰਟਰੋਲ ਹੈਗਾ ਆ ਕਿ ਮੈਂ ਆਪਣੇ ਬੱਚਿਆਂ ਨੂੰ ਇਹ ਕਹਿ ਸਕਦਾ ਵੀ ਤੂੰ ਆਹ ਪੜ੍ਹਾਈ ਕਰਨੀ, ਤੂੰ ਆਹ ਕਰਨੀ, ਤੂੰ ਆਹ ਕਰਨੀ। ਕਿ ਮੁੱਖ ਮੰਤਰੀ ਨੂੰ ਇੰਨਾ ਹੱਕ ਹੈ ਨਹੀਂ ਕਿ ਉਹ ਆਪਣੇ ਮੰਤਰੀ ਚੁਣ ਸਕੇ? ਤੇ ਇਹਨੂੰ ਤੁਸੀਂ ਕੀ ਕਹਿੰਦੇ ਆ ਕਿ ਉਹ ਵਾਕਈ ਸੱਚ ਹੈ? ਤੁਸੀਂ ਇੱਕ ਚੀਜ਼ ਨੋਟ ਕਰਿਓ, ਇਹ ਜਿਹੜੀ ਸਿੱਧੂ ਸਾਹਿਬ ਨੇ ਮੁੱਖ ਮੰਤਰੀ ਦਾ ਹੱਥ ਫੜ ਕੇ ਸ਼ਰੇਆਮ ਲੈ ਕੇ ਜਾਂਦੇ ਨੇ। ਉਹ ਯਾਰ, ਉਹ ਨਿਆਣਾ ਆ, ਉਹ ਦੁੱਧ ਪੀਂਦਾ ਬੱਚਾ ਆ, ਔਰ ਜੇ ਉਹ ਇੰਨਾ ਹੀ ਕਮਜ਼ੋਰ ਆ ਤੁਸੀਂ ਮੁੱਖ ਮੰਤਰੀ ਬਣਾਇਆ ਨਹੀਂ? ਉਹਨਾਂ ਨੇ ਰੰਗ ਦਿਖਾ ਤਾਂ ਦਿੱਤਾ ਨਾ। ਉਸ ਤੋਂ ਬਾਅਦ ਸਿੱਧੂ ਸਾਹਿਬ ਨੂੰ ਜਦੋਂ ਜਿਹੜੀ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਸੀਗੀ, ਸ਼ਾਇਦ ਉਹਦੇ 'ਚ ਉਹਨਾਂ ਨੇ ਲੈਟਰ ਆਪ ਦੇਖਿਆ ਬੜੇ ਤਸੱਲੀ ਨਾਲ। ਉਸ ਤੋਂ ਬਾਅਦ ਸ਼ਾਇਦ ਉਹਨਾਂ ਨੇ ਥੋੜੇ ਉਹਨਾਂ ਦੀਆਂ ਅਪਾਇੰਟਮੈਂਟ ਵੀ ਰੱਦ ਕੀਤੀਆਂ ਜਾਂ ਕਰਵਾਈਆਂ। ਕਿਸ ਤਰ੍ਹਾਂ? ਦੇਖੋ, ਅੱਕੇ ਹੋਏ ਨੇ ਕੀਤਾ। ਹਰ ਜਗ੍ਹਾ ਤੁਸੀਂ ਜਦੋਂ ਬਾਂਹ ਫੜ ਕੇ ਕਿਤੇ ਲੈ ਕੇ ਜਾਓਗੇ, ਅੱਜ ਇੱਕ ਨਿਆਣੇ ਨੂੰ ਆਪਾਂ ਕਹੀਏ ਨਾ ਵੀ ਕਾਕਾ ਤੂੰ ਮੈਂ ਤੇਰਾ ਬਾਂਹ ਫੜ ਕੇ ਚੱਲਣਾ, ਉਹ ਵੀ ਖਿੱਚ ਕੇ ਹੱਥ ਛਡਾ ਲੈਂਦਾ। ਉਹੀ ਮੁੱਖ ਮੰਤਰੀ ਸਾਹਿਬ ਨੇ ਕੀਤਾ। ਉਹ ਕਹਿੰਦਾ ਯਾਰ ਤੁਸੀਂ ਮੈਨੂੰ ਇਕੱਲੇ ਨਹੀਂ ਛੱਡਦੇ। ਇੱਕ ਵੀ ਡਿਸੀਜਨ ਉਹਦਾ ਕਲੀਅਰ ਨਹੀਂ ਹੋਣ ਦਿੱਤਾ ਜਾ ਰਿਹਾ। ਨਾ ਕਦੇ ਦਿੱਲੀ ਵਾਲੇ ਉਹਨਾਂ ਨੂੰ ਬੁਲਾ ਲੈਂਦੇ ਆ, ਡਾਂਗ ਦੇ ਦਿੰਦੇ ਆ, ਤੇ ਕਦੀ ਸਾਡੇ ਪੰਜਾਬ ਵਾਲੇ ਜਿਹੜੇ ਸਪੈਸ਼ਲੀ ਰੰਧਾਵਾ ਸਾਹਿਬ ਤੇ ਆਪਣੇ ਸਿੱਧੂ ਸਾਹਿਬ। ਇਹ ਮੈਂ ਸਮਝਦਾ ਇੱਕ ਕਮਜ਼ੋਰ ਮੁੱਖ ਮੰਤਰੀ ਬਣਿਆ ਆ,
ਜੇ ਮੁੱਖ ਮੰਤਰੀ ਵਾਕਈ ਵਧੀਆ ਆ, ਜੇ ਉਹ ਮੈਨੂੰ ਗਲਤ ਸਾਬਤ ਕਰਨਾ ਚਾਹੁੰਦੇ ਨੇ ਜਾਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ, ਮੈਂ ਜਿਹੜੀ ਗੱਲ ਕਹਿ ਰਿਹਾ ਕਿ ਵੀ ਕਮਜ਼ੋਰ ਮੁੱਖ ਮੰਤਰੀ ਬਣਾਇਆ ਜੋ, ਮੈਂ ਗਲਤ ਸਮਝਦੇ, ਆਪਣੇ ਦਮ ਤੇ ਆਪਣੀ ਟੀਮ ਬਣਾਉਣ, ਆ ਕਿਸੇ ਦੇ ਨਾਲ ਕੋਈ ਸਲਾਹ ਕਰੋ, ਲੇਕਿਨ ਇਦਾਂ ਚਾਰਜ ਫਿਰ ਇਹੋ ਜਿਹੇ ਕੰਮ ਨਾ ਕਰੋ ਜਿਹਦੇ ਨਾਲ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਇੱਕ ਰਬੜ ਸਟੈਂਪ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੀ ਹੈ। ਇੱਕ ਚਾਬੀ ਵਾਲਾ ਖਿਡੌਣਾ ਨਹੀਂ ਹੁੰਦਾ, ਉਹ ਬਣਿਆ, ਕੋਈ ਇਹਦੀ ਚਾਬੀ ਭਰਦਾ ਫੇਰ ਇਹ ਚੱਲਦਾ ਹੈ। ਨਹੀਂ, ਤੁਸੀਂ ਗੱਲ ਪਰਿਵਾਰ ਦੀ ਕੀਤੀ ਹੈ, ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੀ ਗੱਲ ਕਰਦੇ ਹਾਂ। ਕਪੂਰਥਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਪਿਛਲੇ 20 ਸਾਲ ਤੋਂ ਤੁਸੀਂ ਸੀਟ ਨਹੀਂ ਜਿੱਤ ਸਕੇ, ਹੁਣ ਵੀ ਤੁਸੀਂ 3-4 ਪਲੇਅਰ ਦੇਖ ਕੇ ਲਿਆ ਕੇ ਉਸ ਤੋਂ ਬਾਅਦ ਫਿਰ ਡਿਸੀਜਨ ਬਦਲਿਆ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਕਪੂਰਥਲੇ ਦੀ ਸੀਟ ਜਿਹੜੀ ਆ ਉਹ 20 ਸਾਲਾਂ ਦੀ ਗੱਲ ਤੁਸੀਂ ਬਿਲਕੁਲ ਸੱਚ ਕੀਤੀ, ਉਹਨੂੰ ਮੈਂ ਐਕਸੈਪਟ ਕਰਦਾ ਹਾਂ। ਇਹਦੇ ਵਿੱਚ ਦੇਖੋ, ਮੈਂ ਸਮਝਦਾ ਕਿ ਇਹਦਾ ਜਵਾਬ ਤੁਹਾਨੂੰ ਪੁਰਾਣੀ ਲੀਡਰਸ਼ਿਪ ਮੇਰੇ ਨਾਲੋਂ ਬਿਹਤਰ ਦੇ ਸਕਦੀ ਆ, ਕਿਉਂਕਿ ਮੈਨੂੰ ਹਜੇ ਆਏ ਨੂੰ ਸਾਲ ਵੀ ਨਹੀਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਚਲੋ ਹਾਰ ਗਏ, ਹੁਣ ਤੁਸੀਂ ਐਡਵੋਕੇਟ ਪਰਮਜੀਤ ਕੋਲੋਂ ਤੁਸੀਂ ਕੰਮ ਕਰਵਾਇਆ, ਤੁਹਾਡੀ ਲੀਡਰਸ਼ਿਪ ਨੇ ਹੁਣ ਔਨ ਦਾ ਸਪੌਟ ਟਾਈਮ ਉਹ ਸਾਰੇ ਸੀਟ ਬਦਲ ਕੇ ਰਾ ਦਿੱਤੀ, 3-4 ਪਲੇਅਰ ਹੋਰ ਵੀ ਆ ਗਏ ਕਿ ਮੈਨੂੰ ਪ੍ਰਧਾਨ ਜੀ ਨੇ ਆਸ਼ੀਰਵਾਦ ਦੇ ਦਿੱਤਾ। ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕੀ ਕਹੋਗੇ ਇਸ ਤੇ? ਦੇਖੋ ਜੀ, ਇਹਦੇ ਵਿੱਚ ਸਾਡੇ ਉੱਪਰ ਹਾਈ ਕਮਾਂਡ ਨਾਲ, ਪਹਿਲੀ ਗੱਲ ਤੇ ਹਾਈ ਕਮਾਂਡ ਦੇ ਹੁਕਮ ਨੂੰ ਅਸੀਂ ਸਿਰ ਮੱਥੇ ਮੰਨਦੇ ਹਾਂ, ਕਿਉਂਕਿ ਦੇਖੋ ਸਾਨੂੰ ਉਹਨਾਂ ਦੀ ਮਜਬੂਰੀ ਵੀ ਸਮਝਣੀ ਪੈਣੀ ਆ। ਜਦੋਂ ਅਲਾਈਅੰਸ ਹੁੰਦਾ ਆ ਕਿਸੇ ਪਾਰਟੀ ਨਾਲ ਤੇ ਉਹਨੂੰ ਸੀਟਾਂ ਦੇਣੀਆਂ ਪੈਂਦੀਆਂ ਆ। ਹੁਣ ਉਹ ਜਿਹੜੀਆਂ 20 ਸੀਟਾਂ ਸੀਗੀਆਂ ਉਹਦੇ ਵਿੱਚੋਂ ਜਿਹੜੀ ਵੀ ਸੀਟਾਂ ਦਿੱਤੀਆਂ, ਕਪੂਰਥਲੇ ਸੀਟ ਆਈ ਆ, ਨੋ ਡਾਊਟ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਕਪੂਰਥਲੇ ਦਾ ਜਿਹੜਾ ਵਰਕਰ ਆ ਉਹ ਮਹਿਸੂਸ ਤੇ ਕਰਦਾ ਆ। ਲੇਕਿਨ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਹਜੇ ਵੀ ਇਹਦੇ ਬਾਰੇ ਗੱਲ ਚੱਲ ਰਹੀ ਆ ਤੇ ਪਾਰਟੀ ਦਾ ਹੁਕਮ ਸਰਵੋਪਰੀ ਆ, ਪ੍ਰਧਾਨ ਸਾਹਿਬ ਦਾ ਹੁਕਮ ਸਰਵੋਪਰੀ ਆ। ਔਰ ਜਿਹੜੀ ਹਾਥੀ ਦੇ ਟਿਕਟ ਤੋਂ ਇਲੈਕਸ਼ਨ ਲੜਨੀ, ਮੈਂ ਨਹੀਂ ਸਮਝਦਾ ਕੋਈ ਬਹੁਤ ਮਾੜੀ ਗੱਲ ਆ। ਕੀ ਪ੍ਰੋਬਲਮ ਹੈ ਉਹਦੇ 'ਚ? ਮਾੜੀ ਨਹੀਂ, ਅਸੀਂ ਵੀ ਨਹੀਂ ਕਹਿ ਰਹੇ, ਲੇਕਿਨ ਇੱਕ ਬੰਦੇ ਨੂੰ, ਇੱਕ ਇਨਸਾਨ ਨੂੰ, ਇੱਕ ਵਰਕਰ ਨੂੰ ਤੁਸੀਂ ਆਸ਼ੀਰਵਾਦ ਦੇ ਕੇ ਰੱਖਦੇ ਹੋ 4 ਸਾਲ 4.5 ਸਾਲ ਕਿ ਬਸ ਤੇਰਾ ਹੀ ਆ ਸਾਰਾ ਕੁਝ, ਤੂੰ ਹੀ ਹੱਕਦਾਰ ਹੈ, ਤੂੰ ਹੀ ਡਿਜ਼ਰਵ ਕਰਦਾ, ਉਸ ਤੋਂ ਬਾਅਦ ਉਹਨੂੰ ਬਿਲਕੁਲ ਸਾਈਡਲਾਈਨ ਕਰਦੇ ਹੋ। ਇਹ ਕਿੱਥੋਂ ਦਾ ਅਸੂਲ ਹੋਇਆ? ਦੇਖੋ ਜੀ, ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਉਹੀ ਆ, ਉਹਨਾਂ ਤੋਂ ਕੁਝ ਖੋਇਆ ਨਹੀਂ। ਔਰ ਦੇਖੋ, ਇਹ ਪਾਰਟੀ ਆ, ਇੱਥੇ ਹਰ ਸਮੇਂ ਦੇ ਉੱਤੇ ਜਿਸ ਉਮੀਦ ਨਾਲ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਕੋਲੋਂ ਕੰਮ ਕਰਵਾਇਆ ਗਿਆ, ਉਸ ਤਰ੍ਹਾਂ ਉਹ ਸਾਰੀ ਉਮੀਦ ਤਾਂ ਉਹਨਾਂ ਕੋਲ ਵਾਪਸ ਲੈ ਲਈ ਗਈ। ਨਹੀਂ, ਵਾਪਸ ਨਹੀਂ ਲਈ ਗਈ। ਮੈਂ ਇਹ ਸਮਝਦਾ ਵੀ ਦੇਖੋ, ਜਦੋਂ ਪਾਰਟੀ ਦਾ ਡੈਕੋਰਮ ਹੁੰਦਾ ਆ ਨਾ, ਤੁਸੀਂ ਉਹ ਤੋਂ ਬਾਹਰ ਨਹੀਂ ਜਾ ਸਕਦੇ, ਉਹਦੀ ਅਨੁਸ਼ਾਸਨ ਨੂੰ ਤੁਸੀਂ ਭੰਗ ਨਹੀਂ ਕਰ ਸਕਦੇ। ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ, ਸਾਡੇ ਪ੍ਰਧਾਨ ਸਾਹਿਬ ਵੀ ਇਹੋ ਜਿਹੀਆਂ ਚੀਜ਼ਾਂ ਦੇਖਦੇ ਆ। ਕਈ ਵਾਰੀ ਜੋ ਨਹੀਂ ਕਰਨਾ ਹੁੰਦਾ ਉਹ ਵੀ ਕਈ ਵਾਰੀ ਕਰਨਾ ਪੈਂਦਾ ਬੰਦੇ ਨੂੰ। ਪਰਿਵਾਰ ਦੇ ਵਿੱਚ ਵੀ ਇਹ ਪਾਰਟੀ ਜਿਹੜੀ ਹੈ ਪਰਿਵਾਰ ਆ। ਔਰ ਮੇਰੀ ਉਹਨਾਂ ਨਾਲ, ਐਡਵੋਕੇਟ ਪਰਮਜੀਤ ਸਿੰਘ ਨਾਲ ਵੀ ਸਾਡੀ ਗੱਲ ਹੋਈ ਸੀਗੀ। ਉਹਨਾਂ ਨੇ ਸਾਫ਼ ਬੜੇ ਕਲੀਅਰ ਸ਼ਬਦਾਂ 'ਚ ਇਹ ਗੱਲ ਕਹੀ, ਕਹਿੰਦੇ ਪਾਰਟੀ ਦਾ ਹੁਕਮ ਸਰਵੋ ਸਰਵਾ ਆ। ਉਹਨਾਂ ਨੇ ਉਹਨੂੰ ਪ੍ਰੈਸ ਕਾਨਫਰੰਸ ਕਰਕੇ ਜਵਾਬ ਵੀ ਦਿੱਤਾ ਸੀਗਾ ਵੀ ਨਾ ਤੇ ਸਾਡਾ ਕੋਈ ਵਿਰੋਧ ਆ, ਨਾ ਲੈਣਾ ਆ ਨਾ ਦੇਣਾ ਆ। ਤੇ ਮੇਰੇ ਖਿਆਲ ਨਾਲ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਸਾਨੂੰ ਕੀ ਹੋਣੀ ਚਾਹੀਦੀ ਹੈ? ਆਮ ਵਰਕਰ ਦੀ ਤੁਹਾਡੀ ਲੀਡਰਸ਼ਿਪ ਦਾ ਕਿਆ ਸਿਰ ਮੱਥੇ ਹੈ, ਤੁਸੀਂ ਮੰਨਿਆ, ਲੇਕਿਨ ਆਮ ਵਰਕਰ ਨੂੰ ਕਿਸ ਤਰ੍ਹਾਂ ਸਮਝਾਓਗੇ ਜਿਨ੍ਹਾਂ ਨੇ ਉਮੀਦਾਂ ਲਾਈਆਂ, ਜਿਨ੍ਹਾਂ ਨੇ ਪਰਮਜੀਤ ਦਾ ਚਿਹਰਾ ਵੇਖ ਕੇ ਹੀ ਅਕਾਲੀ ਦਲ ਜੁਆਇਨ ਕੀਤਾ? ਕਈ ਲੋਕ ਇਦਾਂ ਦੇ ਵੀ ਨੇ ਕਿ ਪਰਮਜੀਤ ਦੇ ਕਰੈਕਟਰ ਤੋਂ, ਉਹਨਾਂ ਦੀ ਸ਼ਖਸੀਅਤ ਤੋਂ ਇੰਪ੍ਰੈਸ ਹੋ ਕੇ, ਉਹਨਾਂ ਦੇ ਕੰਮਕਾਰ ਦੇਖ ਕੇ ਅਕਾਲੀ ਦਲ ਜੁਆਇਨ ਕੀਤਾ। ਅੱਜ ਜੇ ਬਸਪਾ ਦਾ ਕੋਈ ਲੀਡਰ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ ਕਿ ਜਾਂ ਕੋਈ ਵਿੱਚ ਕੋਈ ਖਿਚੜੀ ਹੋਰ ਪੱਕ ਰਹੀ ਹੈ? ਦੇਖੋ ਜੀ, ਲੀਡਰ ਤੇ ਦੇਖੋ ਪਾਰਟੀ ਓਬੀਅਸ ਆ, ਜੇ ਕੁਝ ਫੈਸਲਾ ਲਿਆ ਤੇ ਕੁਝ ਸੋਚ ਸਮਝ ਕੇ ਲਿਆ ਹੋਊਗਾ। ਲੀਡਰ ਬਹੁਤ ਅੱਛਾ ਇੱਥੋਂ ਦਿੱਤਾ ਜਾਏਗਾ। ਪਾਰਟੀ ਹਾਈ ਕਮਾਂਡ ਬਹੁਤ, ਸੱਚ ਪੁੱਛੋ ਤੇ ਸਰਵੇ ਦੇ ਆਧਾਰ ਤੇ ਚੱਲ ਰਹੀ ਆ। ਪਾਰਟੀ ਦੇ ਜਿਹੜੇ ਵਰਕਰ ਆ ਸਾਰਿਆਂ ਨੂੰ ਪੁੱਛਗਿੱਛ ਹੋ ਰਹੀ ਆ। ਅਸੀਂ ਵੀ ਚੰਡੀਗੜ੍ਹ ਮੀਟਿੰਗ ਅਟੈਂਡ ਕਰਨ ਗਏ ਸੀ ਯੂਥ ਵਾਲੇ, ਸਾਡੇ ਤੋਂ ਵੀ ਬਹੁਤ ਕੁਝ ਪੁੱਛਿਆ ਗਿਆ। ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਤੇ ਕੰਟੀਨਿਊ ਉਹਨਾਂ ਦੇ ਟੱਚ ਦੇ ਵਿੱਚ ਰਹਿੰਦੇ ਨੇ। ਜਿਹੜੀ ਤੁਸੀਂ ਗੱਲ ਕਹੀ ਐਡਵੋਕੇਟ ਪਰਮਜੀਤ ਸਿੰਘ ਨੂੰ ਦੇਖ ਕੇ ਜਿਹੜੇ ਚਿਹਰੇ ਜੁਆਇਨ ਹੋਏ ਨੇ, ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਐਡਵੋਕੇਟ ਪਰਮਜੀਤ ਸਿੰਘ ਪਾਰਟੀ ਛੱਡ ਗਏ? ਉਹ ਪਾਰਟੀ ਦੇ ਵਿੱਚ ਨੇ। ਉਹਨਾਂ ਨੂੰ ਮੇਨ ਸਟਰੀਮ ਤੋਂ ਤੁਸੀਂ ਸਾਈਡ ਤੇ ਕਰਦੇ ਪਏ ਹੋ ਕਿ ਮੰਨ ਲਓ ਜੇ ਅੱਜ ਉਹਨਾਂ ਨੂੰ ਵੋਟ ਪੈਣੀ ਹੈ ਉਹਨਾਂ ਦੇ ਐਮਐਲਏ ਦੇ ਨਾਮ ਤੇ, ਪਰਮਜੀਤ ਦੇ ਨਾਮ ਤੇ, ਅਕਾਲੀ ਦਲ ਦੇ ਨਾਮ ਤੇ। ਮੈਂ ਸਮਝਦਾ ਉਹ ਇੱਕ ਡਾਇਲੋਗ ਹੈ ਨਾ ਕਿ ਅਭੀ ਪਿਕਚਰ ਬਾਕੀ ਹੈ ਮੇਰੇ ਦੋਸਤ, ਹਜੇ ਕੈਂਡੀਡੇਟ ਅਨਾਉਂਸ ਨਹੀਂ ਹੋਇਆ। ਮੈਂ ਖਿਚੜੀ ਦੀ ਉਹੀ ਗੱਲ ਕਿ ਅੰਦਰ ਕੋਈ ਹੋਰ ਖਿਚੜੀ ਪਾਰਟੀ ਦੇ ਅੰਦਰ ਖਾਤੇ ਬਹੁਤ ਕੁਝ ਚੱਲਦਾ ਹੁੰਦਾ ਤੇ ਮੈਂ ਨਹੀਂ ਸਮਝਦਾ ਕਿ ਇਹ ਗੱਲ ਮੈਨੂੰ ਮੀਡੀਆ ਦੇ ਸਾਹਮਣੇ ਡਿਸਕਲੋਜ਼ ਕਰਨੀ ਚਾਹੀਦੀ ਆ। ਤੇ ਹਜੇ ਬਹੁਤ ਕੁਝ ਚੱਲ ਰਿਹਾ ਵਾ। ਬਹੁਤ ਛੇਤੀ ਤੁਹਾਨੂੰ ਇੱਕ ਅੱਛੀ ਨਿਊਜ਼ ਤੁਹਾਡੇ ਮਾਧਿਅਮ ਰਾਹੀਂ ਅਸੀਂ ਆਪਣੇ ਵਿਊਅਰਸ ਨੂੰ, ਆਪਣੇ ਲੋਕਾਂ ਨੂੰ। ਧੰਨਵਾਦ ਜੀ, ਥੈਂਕ ਯੂ। ਇਹ ਸਨ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਜੇ ਸ਼ਰਮਾ ਜੀ। ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਧੰਨਵਾਦ।